ਕਹਾਣੀ ਪੰਡਤ ਦਾ ਨਿਕਾਹ ਤੇ ਕਹਾਣੀਕਾਰ B.S. ਬੀਰ। ਅਪ੍ਰੈਲ ਮਹੀਨੇ ਦੀ ਸਵੇਰ, ਦਿਨ ਐਤਵਾਰ ਤੇ ਸਮਾਂ ਹੋਣਾ ਹੈ 7 ਵਜੇ ਦਾ। ਸਾਰਾ ਪਰਿਵਾਰ ਸੁਸਤਾਉਣ ਦੇ ਮੂਡ ਵਿੱਚ ਸੀ ਤੇ ਮੈਂ ਬਿਸਤਰ ਤੇ ਬੈਠ ਬੈੱਡ ਦੀ ਪਿੱਠ ਨਾਲ ਢੋਲ ਲਾਈ ਚਾਹ ਦੀਆਂ ਚੁਸਕੀਆਂ ਲੈ ਰਿਹਾ ਸਾਂ ਤੇ ਨਾਲ ਹੀ ਅਖਬਾਰ ਪੜ੍ਹ ਰਿਹਾ ਸਾਂ। ਪਤਨੀ ਚਾਹ ਬਣਾ ਕੇ ਮੁੜ ਲੇਟ ਗਈ ਸੀ। ਮੇਰੇ ਦੋਵੇਂ ਲੜਕੇ ਦੂਜੇ ਕਮਰੇ ਵਿੱਚ ਸੌਂ ਰਹੇ ਸਨ ਤੇ ਮੇਰੀ 7 ਸਾਲ ਦੀ ਬੇਟੀ ਆਪਣੀ ਦਾਦੀ ਦੇ ਕਮਰੇ ਵਿੱਚ ਸੁੱਤੀ ਹੋਈ ਸੀ। ਮੇਰੇ ਮਾਤਾ ਜੀ ਅਕਸਰ 4 ਵਜੇ ਉੱਠ ਜਾਂਦੇ ਹਨ ਤੇ ਸੁੱਚ ਪਾਣੀ ਤੋਂ ਵਿਹਲੇ ਹੋ 5 ਇਸ਼ਨਾਨਾਂ ਕਰ ਪਾਠ ਕਰਨ ਲੱਗ ਜਾਂਦੇ ਹਨ ਤੇ 6 ਵਜੇ ਉਹ ਇਸ਼ਨਾਨ ਕਰਦੇ ਹਨ ਤਾਂ ਜੋ ਉਹਨਾਂ ਦਾ ਸਵਖਤੇ ਉੱਠਣਾ ਸਾਡੇ ਆਰਾਮ ਵਿੱਚ ਖਲਲ ਨਾ ਪਾਵੇ। ਚਾਹ ਉਹ 6:30 ਵਜੇ ਪੀਂਦੇ ਹਨ ਤੇ ਪੋਲੇ ਪੈਰੀ ਸਾਡੇ ਕਮਰੇ ਕੋਲ ਖਲੋ ਸਹਿਜ ਰੂਪ ਹੌਲੀ ਜਿਹੀ ਪੁੱਛਣਗੇ, ਜੱਗੀ ਪੁੱਤ ਜੇ ਚਾਹ ਪੀਣੀ ਏ ਬਣਾ ਲਾਂ। ਸਤਵੰਤ ਧੀਏ ਤੂੰ ਵੀ ਪੀਏਂਗੀ? ਮੇਰੀ ਪਤਨੀ ਦਾ ਨਾਂ ਸਤਵੰਤ ਹੈ। ਅੱਜ ਬੀਜੀ ਦੀ ਤਬੀਅਤ ਕੁਝ ਵੱਲ ਨਹੀਂ ਹੋਣੀ, ਇਸ ਲਈ ਸਤਵੰਤ ਨੇ ਬੀਜੀ ਅਤੇ ਮੇਰੇ ਲਈ ਚਾਹ ਬਣਾਈ ਤੇ ਆਪ ਉਹ ਚੁਆਰਕਾ ਲੈ ਕੇ ਮੁੜ ਲੰਮੀ ਪੈ ਗਈ ਸੀ। ਚੁਆਰਕਾ ਉਹ ਉਦੋਂ ਲੈਂਦੀ ਹੈ ਜਦੋਂ ਪੇਟ ਵਿੱਚ ਦਰਦ ਜਾਂ ਵੱਟ ਪੈ ਰਿਹਾ ਹੋਵੇ। ਅਚਾਨਕ ਬੈਲ ਹੋਈ। ਅਖਬਾਰ ਪਰੇ ਰੱਖ ਮੈਂ ਬਾਹਰ ਵੇਖਣ ਗਿਆ ਕਿ ਵੇਖਾਂ ਕੌਣ ਹੈ। ਦਰਵਾਜ਼ਾ ਖੋਲ੍ਹਿਆ ਤਾਂ ਇੱਕ ਬਜ਼ੁਰਗ ਔਰਤ ਬੀਜੀ ਦੇ ਉਮਰ ਦੀ ਤੇ ਨਾਲ ਇੱਕ ਖਿੰਡੀ ਪੁੰਡੀ ਦਾੜ੍ਹੀ ਵਾਲਾ ਅਧਖੜ ਉਮਰ ਦਾ ਵਿਅਕਤੀ ਖੜਾ ਸੀ, ਜਿਸ ਨੇ ਸਿਰ ਤੇ ਪੱਗ ਵਲੇਟੀ ਹੋਈ ਸੀ ਤੇ ਸੱਜੀ ਕੱਛ ਵਿੱਚ ਵਿਸਾਖੀ ਦਾ ਸਹਾਰਾ ਲਿਆ ਹੋਇਆ ਸੀ। ਮੈਂ ਪੁੱਛਿਆ, ਦੱਸੋ ਨਾਮੋ ਭੈਣ ਜੀ ਹੈਗੇ? ਬਾਹਰ ਖੜੀ ਔਰਤ ਨੇ ਸਿਰ ਦਾ ਦੁਪੱਟਾ ਮੱਥੇ ਤੱਕ ਲਿਆਂਦਿਆਂ ਕਿਹਾ, ਹਾਂ ਪਰ ਅੱਜ ਤਾਂ ਢਿੱਲੇ ਮੱਠੇ ਨੇ। ਤੁਸੀਂ ਕੌਣ? ਮੈਂ ਨੂਰਾਂ ਤੇ ਇਹ ਮੇਰਾ ਪੁੱਤਰ ਲਛਮਣ। ਉਸ ਨੇ ਕੁਝ ਮੁਸਕਰਾਉਣ ਦਾ ਯਤਨ ਕੀਤਾ। ਅੰਦਰ ਲੰਘ ਆਓ। ਉਹਨਾਂ ਨੂੰ ਬਰਾਂਡੇ ਵਿੱਚ ਬਿਠਾ ਅੰਦਰ ਗਿਆ ਤੇ ਕਿਹਾ, ਬੀਜੀ ਕੋਈ ਨੂਰਾ ਤੁਹਾਨੂੰ ਪੁੱਛਦੀ ਹੈ। ਨੂਰਾ? ਅੱਛਾ ਨੂਰਾ। ਬੀਜੀ ਨੇ ਪਹਿਲਾਂ ਦਿਮਾਗ ਤੇ ਜ਼ੋਰ ਪਾਇਆ ਤੇ ਫਿਰ ਉਹਨਾਂ ਨੂੰ ਕੁਝ ਯਾਦ ਜਿਹਾ ਆ ਗਿਆ। ਨੂਰਾ ਮਰ ਜਾਣੀ, ਅੱਜ ਕਿੱਥੋਂ ਸਿਵਿਆਂ ਵਿੱਚੋਂ ਉੱਠ ਕੇ ਆ ਗਈ? ਜੱਗੀ ਪੁੱਤ ਉਹਨਾਂ ਨੂੰ ਅੰਦਰ ਬਿਠਾ ਲੈ, ਉਹ ਬਰਾਂਡੇ ਵਿੱਚ ਬੈਠੇ ਨੇ, ਮੈਂ ਕਿਹਾ। ਬੀਜੀ ਨੂੰ ਚਾਅ ਜਿਹਾ ਚੜ੍ਹ ਗਿਆ। ਕੁਝ ਚਿਰ ਲਈ ਉਹ ਆਪਣੀ ਬਿਮਾਰੀ ਵੀ ਭੁੱਲ ਗਏ। ਬਿਸਤਰ 'ਚੋਂ ਨਿਕਲ ਥੋੜ੍ਹਾ ਆਪਣੇ ਆਪ ਨੂੰ ਸੰਵਾਰਿਆ, ਦੁਪੱਟੇ ਦੇ ਉੱਪਰ ਸ਼ਾਲ ਵੀ ਲੈ ਲਈ। ਮੈਂ ਉਹਨਾਂ ਦੇ ਨਾਲ ਬਰਾਂਡੇ ਤੱਕ ਗਿਆ। ਨੂਰਾ ਨੇ ਹੱਥ ਜੋੜੇ ਤੇ ਪੈਰੀ ਪੈਣਾ ਕਰਨ ਲੱਗੀ। ਨੂਰਾ ਨਾ, ਇਹ ਪਾਪ ਨਾ ਕਰ, ਤੂੰ ਤਾਂ ਮੇਰੀ ਭੈਣ ਏ, ਬੀਜੀ ਨੇ ਕਿਹਾ ਤੇ ਇੱਕ ਅਣਬਿਆਨਿਆ ਚਾਉ ਦੋਹਾਂ ਦੇ ਚਿਹਰਿਆਂ ਤੇ ਖਿੱਲਰ ਗਿਆ ਸੀ। ਦੋਹਾਂ ਨੇ ਇੱਕ ਦੂਜੇ ਨੂੰ ਗਲਵੱਕੜੀ ਵਿੱਚ ਲਿਆ। ਕਾਫੀ ਚਿਰ ਦੋਹੇਂ ਗਲਵੱਕੜੀ ਪਾਈ ਪੱਥਰ ਦੇ ਬੁੱਤ ਮਾਫਕ ਖੜੀਆਂ ਰਹੀਆਂ। ਬੈਠਣ ਬਿਠਾਉਣ ਮਗਰੋਂ ਬੀਜੀ ਨੇ ਪੁੱਛਿਆ, ਇਹ ਭਾਈ ਕੌਣ ਏ? ਲੱਛੂ, ਆਪਣਾ ਲੱਛੂ, ਨੂਰਾ ਨੇ ਕਿਹਾ ਤੇ ਲਛਮਣ ਨੇ ਖੱਬੇ ਹੱਥ ਨੂੰ ਬੀਜੀ ਦੇ ਪੈਰਾਂ ਵੱਲ ਝੁਕਾਇਆ ਕਿਉਂਕਿ ਸੱਜੇ ਪਾਸੇ ਉਸ ਨੇ ਵਿਸਾਖੀ ਦਾ ਸਹਾਰਾ ਲਿਆ ਹੋਇਆ ਸੀ। ਰਾਜੀ ਬਾਜੀ ਏ ਲਛਮਣ? ਬੀਜੀ ਨੇ ਉਸ ਦੀ ਪਿੱਠ ਪਲੋਸੀ। ਠੀਕ ਆ ਬੀਜੀ, ਰੱਬ ਦੀਆਂ ਮਿਹਰਾਂ ਨੇ, ਜੋ ਸਮਾਂ ਲੰਘ ਜਾਏ। ਵਾਹ ਵਾਹ, ਲਛਮਣ ਨੇ ਖੜੇ ਖੜੇ ਕਿਹਾ ਤੇ ਮੈਂ ਉਸ ਨੂੰ ਨਾਲ ਪਏ ਮੂਹੜੇ ਤੇ ਬੈਠਣ ਦਾ ਇਸ਼ਾਰਾ ਕੀਤਾ। ਉਹਨਾਂ ਨੂੰ ਬਿਠਾ ਕੇ ਮੈਂ ਸਤਵੰਤ ਨੂੰ ਕਿਹਾ, ਅੱਜ ਬਹਾਦਰ ਤਾਂ ਹੈ ਨਹੀਂ, ਬੀਜੀ ਦੀ ਕੋਈ ਬਹੁਤ ਪੁਰਾਣੀ ਸਹੇਲੀ ਆਈ ਹੈ, ਨਾਲ ਉਸ ਦਾ ਮੁੰਡਾ ਵੀ। ਚਾਹ ਦੀਆਂ 2 ਪਿਆਲੀਆਂ ਬਣਾ ਦੇ। ਸਤਵੰਤ ਬਾਹਰ ਚਲੀ ਗਈ ਅਤੇ ਮੈਂ ਅਖਬਾਰ ਵਿੱਚ ਮੁੜ ਗੁੰਮ ਗਿਆ, ਪਰ ਮੈਨੂੰ ਕੁਝ ਗੱਲਾਂ ਉਹਨਾਂ ਦੀਆਂ ਸੁਣ ਰਹੀਆਂ ਸਨ। ਦੋਹਾਂ ਦੀਆਂ ਗੱਲਾਂ ਵਿੱਚ ਅੰਤਾਂ ਦਾ ਮੋਹ ਤੇ ਅਣਪਤ ਝਲਕ ਰਹੇ ਸਨ। ਚਾਹ ਪੀਣ ਮਗਰੋਂ ਲੱਛੂ ਉੱਥੇ ਬੈਠਾ ਰਿਹਾ ਤੇ ਬੀਜੀ ਬਹੁਤਾ ਚਿਰ ਬੈਠਣ ਵਿੱਚ ਤਕਲੀਫ ਮਹਿਸੂਸ ਕਰ ਰਹੇ ਸਨ, ਇਸ ਲਈ ਨੂਰਾ ਨੂੰ ਆਪਣੇ ਕਮਰੇ ਵਿੱਚ ਹੀ ਲੈ ਗਏ। ਦੋਹੇਂ ਬੇਟੀਆਂ ਨੇ ਸਕੂਲ ਦੀ ਪਿਕਨਿਕ 'ਤੇ ਜਾਣਾ ਸੀ। ਸਤਵੰਤ ਨੇ ਨਾਸ਼ਤਾ ਤਿਆਰ ਕਰ ਦੋਹਾਂ ਨੂੰ ਖੁਆ ਤੋਰਿਆ
ਤੇ ਪਿਕਨਿਕ ਲਈ ਆਲੂ ਦੇ ਪਰਾਂਠਿਆਂ ਦਾ ਟਿਫਨ ਭਰ ਕੇ ਦੇ ਦਿੱਤਾ। ਬੀਜੀ ਤੇ ਨੂਰਾ ਨੂੰ ਨਾਸ਼ਤਾ ਅੰਦਰ ਦੇ ਗਿਆ। ਬੀਜੀ ਤੇ ਨੂਰਾ ਨੂੰ ਨਾਸ਼ਤਾ ਅੰਦਰ ਦੇ ਦਿੱਤਾ ਗਿਆ ਤੇ ਲਛਮਣ ਨੂੰ ਬਰਾਂਡੇ ਵਿੱਚ ਹੀ। ਲਛਮਣ ਆਪਣੇ ਜੂਠੇ ਭਾਂਡੇ ਸ਼ੈਂਕ ਵਿੱਚ ਜਦੋਂ ਆਪ ਧੋਣ ਲੱਗਾ ਤਾਂ ਸਤਵੰਤ ਨੇ ਰੋਕ ਦਿੱਤਾ ਤੇ ਕਿਹਾ, ਰਹਿਣ ਦੇ ਭਾਈ, ਜਿੱਥੇ ਸਾਡੇ ਆਲੇ ਸਾਫ਼ ਹੋਣਗੇ ਉੱਥੇ ਤੇਰੇ ਵੀ ਹੋ ਜਾਣੇ ਨੇ। ਇਹ ਸੁਣ ਕੇ ਲਛਮਣ ਦੀਆਂ ਅੱਖਾਂ ਪਿਆਰ, ਸਤਿਕਾਰ ਤੇ ਕ੍ਰਿਤਘਣਤਾ ਦੀ ਲਿਸ਼ਕ ਨਾਲ ਲਿਸ਼ਕਣ ਲੱਗੀਆਂ। ਮੈਂ ਬੀਜੀ ਤੇ ਨੂਰਾ ਦੇ ਜੂਠੇ ਭਾਂਡੇ ਜਦੋਂ ਚੁੱਕਣ ਲੱਗਾ ਤਾਂ ਨੂਰਾ ਨੇ ਕਿਹਾ, ਮੈਂ ਧਰ ਆਉਂਦੀ ਹਾਂ, ਨਾਲੇ ਸਾਫ਼ ਵੀ ਕਰ ਦੂੰ। ਤੁਸੀਂ ਬੈਠੋ ਆਰਾਮ ਨਾਲ ਤੇ ਗੱਲਾਂ ਕਰੋ। ਮੈਂ ਕਿਹਾ। ਮੈਂ ਰਸੋਈ ਵਿੱਚ ਸਤਵੰਤ ਦੀ ਕੁਝ ਮਦਦ ਕੀਤੀ ਕਿਉਂਕਿ ਉਸ ਨੇ ਆਪਣੀ ਕਲੀਗ ਦੇ ਘਰ ਅਖੰਡ ਪਾਠ ਦੇ ਭੋਗ 'ਤੇ ਜਾਣਾ ਸੀ। ਉਸ ਬੇਟੀ ਰਮਨ ਨੂੰ ਵੀ ਤਿਆਰ ਹੋਣ ਲਈ ਕਿਹਾ ਤੇ ਆਪ ਸਿਰਫ ਚਾਹ ਦਾ ਕੱਪ ਤੇ ਇੱਕ ਬਿਸਕੁਟ ਲੈ ਰਮਨ ਨੂੰ ਨਾਸ਼ਤਾ ਕਰਵਾ ਨਾਲ ਲੈ ਚਲੀ ਗਈ। ਜਾਣਾ ਤੇ ਮੈਂ ਵੀ ਸੀ, ਘਰ ਬਹਾਦਰ ਨਹੀਂ ਸੀ, ਇਸ ਲਈ ਬੀਜੀ ਨੂੰ ਇਕੱਲਾ ਛੱਡਣਾ ਮੁਨਾਸਿਬ ਨਹੀਂ ਸੀ। 10 ਕੁ ਵਜੇ ਨੂਰਾ ਨੇ ਇਜਾਜ਼ਤ ਮੰਗੀ। ਬੀਜੀ ਨੇ ਕਿਹਾ, ਜੱਗੀ ਪੁੱਤ, ਇਹ ਆਪਣੇ ਕੋਲ ਕੰਮ ਗੋਚਰੇ ਆਏ ਨੇ, ਕਿਤੇ ਵਿਚਾਰੇ ਲੱਛੂ ਨੂੰ ਨੌਕਰੀ 'ਤੇ ਲਵਾ ਦੇ, ਚੌਕੀਦਾਰੀ ਕਰ ਲਊ ਦਫ਼ਤਰ ਵਿੱਚ। ਪਹਿਲਾਂ ਰਾਜਗੀਰੀ ਕਰਦਾ ਸੀ। 3 ਮੰਜ਼ਲੀ ਛੱਤ ਦਾ ਢੁੱਲਾ ਬਣਾਉਂਦੇ ਕਿਤੇ 40 ਟੁੱਟ ਗਈ ਤੇ 2 ਮਜ਼ਦੂਰ ਤੇ ਇਹ ਭੁੰਜੇ ਆ ਗਿਰੇ। ਇੱਕ ਭਈਆ ਤਾਂ ਚੋਟਾਂ ਦੀ ਤਾਬ ਨਾ ਸਹਿ ਸਕਿਆ ਤੇ ਚੱਲ ਵਸਿਆ। ਲੱਛੂ ਤੇ ਦੂਜਾ ਮਜ਼ਦੂਰ ਅਪਾਹਜ ਹੋ ਗਏ। ਬੀਜੀ ਨੇ ਸਾਰਾ ਕੁਝ ਨੂਰਾ ਤੋਂ ਸੁਣ ਕੇ ਹੀ ਮੈਨੂੰ ਸੰਖੇਪ ਵਿੱਚ ਦੱਸਿਆ। ਮੈਂ ਕੁਝ ਸਕਿੰਟਾਂ ਲਈ ਸੋਚਿਆ ਤੇ ਫਿਰ ਕਿਹਾ, ਲਛਮਣ, ਤੂੰ ਅਗਲੇ ਸੋਮਵਾਰ ਆ ਜਾਈਂ ਇੱਥੇ ਸਵੇਰੇ 8 ਵਜੇ। ਕੋਈ ਨਾ ਕੋਈ ਇੰਤਜ਼ਾਮ ਕਰਾਂਗਾ। ਨੂਰਾ ਤੇ ਲਛਮਣ ਦੋਵੇਂ ਇੰਜ ਝੁਕੇ ਜਿਵੇਂ ਦਰਬਾਰੀ ਬਾਦਸ਼ਾਹ ਸਾਹਮਣੇ ਝੁਕਦੇ ਹਨ। ਨੂਰਾ ਦੀਆਂ ਅੱਖਾਂ ਸਿਮ ਗਈਆਂ ਸਨ। ਨੂਰਾ, ਨਾ ਭੈਣੇ, ਚਿੱਤ ਛੋਟਾ ਨਹੀਂ ਕਰੀਦਾ। ਦੁੱਖ ਸੁੱਖ ਤਾਂ ਬੰਦੇ ਦੇ ਨਾਲ ਤੁਰੀ ਜਾਂਦੇ ਨੇ। ਬੀਜੀ ਮੈਨੂੰ ਪੁੱਛ 100 ਰੁਪਏ ਦੇ 2 ਨੋਟ ਨੂਰਾ ਨੂੰ ਫੜਾਉਣ ਲੱਗੇ ਤਾਂ ਨੂਰਾ ਨੇ ਲੈਣ ਤੋਂ ਕੁਝ ਹਿਚਕਚਾਹਟ ਵਿਖਾਈ। ਬੀਜੀ ਕਹਿਣ ਲੱਗੇ, ਚੱਲ ਲਛਮਣ, ਤੂੰ ਲੈ ਲੈ ਪੁੱਤ, ਉਧਾਰ ਹੀ ਸਹੀ, ਜਦੋਂ ਨੌਕਰੀ ਲੱਗੇਗਾ ਮੋੜ ਦੇਈਂ। ਬੀਜੀ ਨੇ ਮਾਂ ਪੁੱਤਰਾਂ ਦੇ ਸਵੈਮਾਨ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਮੁਨਾਸਿਬ ਨਹੀਂ ਸਮਝਿਆ ਸੀ। ਦੋਹਾਂ ਨੂੰ ਤੋਰ ਬੀਜੀ ਆਰਾਮਦਾਇਕ ਮੂੜੇ 'ਤੇ ਢੋ ਲਾ ਕੇ ਬਰਾਂਡੇ ਵਿੱਚ ਬਹਿ ਗਏ ਤੇ ਮੈਂ ਵੀ ਨੇੜੇ ਹੀ ਦੂਜੇ ਕੋਨੇ ਵਿੱਚ ਪਏ ਆਰਾਮ ਸੋਫੇ 'ਤੇ ਜਾ ਆਸਣ ਜਮਾਇਆ। ਅਖਬਾਰ ਮੇਰੇ ਹੱਥ ਵਿੱਚ ਸੀ। ਮੈਂ ਮਹਿਸੂਸ ਕੀਤਾ ਬੀਜੀ ਕਿਤੇ ਅਤੀਤ ਵਿੱਚ ਗੋਤੇ ਲਾ ਰਹੇ ਸਨ ਤੇ ਉਹਨਾਂ ਦੀਆਂ ਪਲਕਾਂ ਅੱਧੀਆਂ ਖੁੱਲ੍ਹੀਆਂ ਤੇ ਅੱਧੀਆਂ ਮੀਟੀਆਂ ਸਨ। ਮੈਂ ਪੁੱਛਿਆ, ਬੀਜੀ, ਤਬੀਅਤ ਤਾਂ ਠੀਕ ਹੈ ਨਾ? ਡਾਕਟਰ ਨੂੰ ਦਿਖਾਉਣਾ ਤਾਂ ਬੁਲਾ ਲਵਾਂ? ਨਹੀਂ ਜੱਗੀ, ਮੈਂ ਬਿਲਕੁਲ ਠੀਕ ਹਾਂ, ਬਸ ਮਨ ਇਵੇਂ ਕੁਝ ਭਾਰਾ ਜਿਹਾ ਹੋ ਗਿਆ ਸੀ। ਪੁਰਾਣੀਆਂ ਗੱਲਾਂ ਯਾਦ ਕਰ। ਇਹ ਨੂਰਾ ਕੌਣ ਏ ਤੇ ਲਛਮਣ? ਮੈਨੂੰ ਸਮਝ ਨਹੀਂ ਆ ਰਹੀ। ਇਹ ਸਗੇ ਮਾਂ ਪੁੱਤ ਨੇ? ਇਹ ਸਗੇ ਮਾਂ ਪੁੱਤ ਨੇ? ਬਿਲਕੁਲ ਸਗੇ ਮਾਂ ਪੁੱਤ। ਇਹ ਇੱਕ ਲੰਮੀ ਕਹਾਣੀ ਏ। ਮੈਂ ਅਖਬਾਰ ਵਿੱਚ ਛਪੀ ਕੋਈ ਕਹਾਣੀ ਪੜ੍ਹਨ ਦਾ ਮੂਡ ਪਰੇ ਕਰ ਦਿੱਤਾ ਤੇ ਨੂਰਾ ਤੇ ਲਛਮਣ ਦੀ ਜ਼ਿੰਦਗੀ ਦੀ ਕਹਾਣੀ ਬੀਜੀ ਤੋਂ ਸੁਣਨ ਲਈ ਤਿਆਰ ਹੋ ਗਿਆ। ਬੀਜੀ ਲਈ ਕੋਸੇ ਪਾਣੀ ਦਾ ਗਲਾਸ ਤੇ ਆਪਣੇ ਲਈ ਸਾਦੇ ਪਾਣੀ ਦਾ ਗਲਾਸ ਲਿਆ ਮੇਜ਼ 'ਤੇ ਰੱਖ ਦਿੱਤੇ। ਬੀਜੀ ਦੱਸਣ ਲੱਗੇ, ਹੱਲਿਆਂ ਵੇਲੇ ਦੀ ਗੱਲ ਏ। ਮੈਨੂੰ ਤਲਵੰਡੀ ਭਾਈ ਵਿਆਹ ਕਰਵਾ ਕੇ ਆਇਆਂ 2 ਸਾਲ ਹੋਏ ਸਨ। ਤੇਰਾ ਵੱਡਾ ਵੀਰ ਕਨੇਡਾ ਵਾਲਾ ਮੇਰੀ ਗੋਦੀ ਵਿੱਚ ਹੀ ਸੀ। ਹੁਣੇ 3-4 ਮਹੀਨਿਆਂ ਦਾ। ਸਾਡੇ ਪਿੰਡ ਵਿੱਚ ਹਿੰਦੂ ਮੁਸਲਮਾਨ ਸਿੱਖ ਪਿਆਰ ਨਾਲ ਇੱਕ ਲਾਣੇ ਵਾਂਗ ਰਹਿੰਦੇ। ਕੋਈ ਝਗੜਾ ਨਹੀਂ ਸੀ। ਸਾਡੇ ਗੁਆਂਢ ਵਿੱਚ ਪੰਡਤ ਦੇਵ ਸਰੂਪ ਭਰਦਵਾਜ ਦਾ ਘਰ ਸੀ। ਹੱਥ ਵਿੱਚ ਮਾਲਾ 24 ਘੰਟੇ ਫੇਰਦਾ ਰਹਿੰਦਾ। ਜੰਤਰੀ ਟੇਵੇ ਦਾ ਕੰਮ ਕਰਦਾ। ਲੋਕ ਉਸ ਤੋਂ ਸੰਗਰਾਂਦ, ਮੱਸਿਆ, ਤਿੱਥ ਤਿਉਹਾਰ ਤੇ ਸ਼ਗਨ ਅਪਸ਼ਗਨ ਬਾਰੇ ਪੁੱਛਣ ਆਉਂਦੇ। ਪੁੱਛ ਵੀ ਲੈਂਦੇ। ਵਿਆਹ ਦੇ ਸਾਹੇ ਵੀ ਉਹ ਕੱਢਦਾ। ਉਸ ਦਾ ਮੁੰਡਾ ਸੀ ਬ੍ਰਹਮ ਸਰੂਪ,
ਦੇਵ ਸਰੂਪ ਨੇ ਬੜਾ ਜ਼ੋਰ ਲਾਇਆ ਕਿ ਬ੍ਰਹਮ ਸਰੂਪ ਵੀ ਉਸ ਦਾ ਕਿੱਤਾ ਅਪਣਾਵੇ, ਪਰ ਉਸ ਨੂੰ ਬਾਪ ਦਾ ਕਿੱਤਾ ਫੁੱਟੀ ਅੱਖ ਨਹੀਂ ਸੀ ਭਾਉਂਦਾ। ਉਹਦਾ ਦੋਸਤ ਮਿਸਤਰੀਆਂ ਦਾ ਇੱਕ ਮੁੰਡਾ ਸੀ। ਉਸ ਦੇ ਨਾਲ ਰਲ ਉਸਦੇ ਬਾਪ ਤੋਂ ਰਾਜਗੀਰੀ ਦਾ ਕੰਮ ਸਿੱਖ ਲਿਆ ਤੇ ਉਹ ਕਹਿੰਦਾ ਕਹਾਉਂਦਾ ਰਾਜ ਮਿਸਤਰੀ ਬਣ ਗਿਆ। ਉਸਦਾ ਨਾਂ ਰੂਪਾ ਮਿਸਤਰੀ ਪੈ ਗਿਆ। ਕੋਈ ਵਿਰਲਾ ਹੀ ਉਸ ਨੂੰ ਪੰਡਤ ਰੂਪਾ ਜਾਂ ਰੂਪਾ ਪੰਡਤ ਕਹਿੰਦਾ। 23-24 ਸਾਲ ਦਾ ਹੋ ਗਿਆ। ਕੋਈ ਪੰਡਤ ਆਪਣੀ ਕੁੜੀ ਦਾ ਰਿਸ਼ਤਾ ਉਸ ਨਾਲ ਨਾ ਕਰੇ, ਸਾਰੇ ਆਖਣ ਇਹ ਕਾਹਦਾ ਬਾਹਮਣ। ਦੂਜੇ ਉਸ ਨੂੰ ਬਾਹਮਣ ਸਮਝ ਕੇ ਸਾਕ ਨਾ ਕਰਦੇ। ਦੇਵ ਸਰੂਪ ਖਪਦਾ ਮਰ ਗਿਆ। ਉਸਦੀ ਤੀਵੀਂ ਸੀ ਸੀਲ ਗਊ। ਵਿਚਾਰੀ ਪਤੀ ਨੂੰ ਪਰਮੇਸ਼ਵਰ ਜਾਣ ਉਸ ਨਾਲ ਵੀ ਸੰਤੋਖੀ ਰਹਿੰਦੀ ਤੇ ਪੁੱਤਰ ਰੂਪਾ ਕਮਾਉਣ ਲੱਗਾ ਤਾਂ ਉਸ ਨਾਲ ਵੀ ਸੰਤੋਖਣ ਮਾਂ। ਪਰ ਇੱਕ ਗਮ ਵੱਢ ਵੱਢ ਕੇ ਖਾਵੇ ਕਿ ਰੂਪੇ ਦਾ ਸਾਕ ਕਿਵੇਂ ਹੋ ਜਾਏ। ਉੱਧਰੋਂ ਹੱਲੇ ਸ਼ੁਰੂ ਹੋ ਗਏ। ਮਾੜੀਆਂ ਖਬਰਾਂ ਆਉਣ ਲੱਗੀਆਂ। ਕੋਈ ਕਹੇ ਤਲਵੰਡੀ ਭਾਈਕੇ ਵੀ ਪਾਕਿਸਤਾਨ ਵਿੱਚ ਰਲ ਜਾਣਾ ਹੈ। ਉਂਝ ਤਾਂ ਆਪਣੀ ਭਾਈਕੇ ਦੀ ਹਵੇਲੀ ਵੀ ਤਕੜੀ ਸੀ। ਤੇਰੇ ਨੰਬਰਦਾਰ ਦਾਦੇ ਨੇ ਮੋਗੇ ਵੀ ਇੱਕ ਹਵੇਲੀ ਲੈ ਰੱਖੀ ਸੀ। ਸਾਰੇ ਪਿੰਡ ਵਿੱਚ ਭਾਈਚਾਰਾ ਸੀ। ਇੱਕ ਮਾੜੇ ਦਿਨ 60-70 ਫਸਾਦੀਏ ਦੂਜੇ ਪਿੰਡਾਂ ਤੋਂ ਇਕੱਠੇ ਹੋ ਕੇ ਆ ਗਏ। ਆਖਣ ਇੱਕ ਵੀ ਮੁਸਲਮਾਨ ਨਹੀਂ ਛੱਡਣਾ। ਉੱਧਰ ਪਾਕਿਸਤਾਨ ਵਿੱਚ ਸਾਰੇ ਹਿੰਦੂ ਸਿੱਖ ਭਰਾ ਮਾਰੇ ਜਾ ਰਹੇ ਨੇ। ਹੱਥਾਂ ਵਿੱਚ ਕਿਰਪਾਨਾਂ, ਨੇਜੇ, ਛਵੀਆਂ, ਸਿਰ ਤੇ ਖੂਨ ਸਵਾਰ ਭੂਤਰੇ ਹੋਏ ਸਾਂਢ ਵਾਂਗ। ਪਿੰਡ ਵਾਲਿਆਂ ਨੇ ਸਮਝਾਉਣ ਦੀ ਬਥੇਰੀ ਕੋਸ਼ਿਸ਼ ਕੀਤੀ। ਪਿੰਡ ਵਾਲਿਆਂ ਨੇ ਮੁਸਲਮਾਨਾਂ ਦੇ 4-5 ਪਰਿਵਾਰ ਪਹਿਲੋਂ ਹੀ ਫਿਰੋਜ਼ਪੁਰ ਭੇਜ ਦਿੱਤੇ ਤੇ ਉੱਥੋਂ ਉਹ ਪਾਕਿਸਤਾਨ ਚਲੇ ਗਏ। 5-6 ਪਰਿਵਾਰ ਆਖਣ ਅਸੀਂ ਜਿਉਣਾ ਮਰਨਾ ਇੱਥੇ ਹੈ, ਅਸੀਂ ਨਹੀਂ ਜਾਣਾ ਆਪਣਾ ਜੰਦੀ ਪਿੰਡ ਛੱਡ ਕੇ। ਫਸਾਦੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਕੋਹ ਕੇ ਬੱਚੇ, ਤੀਵੀਆਂ, ਜਵਾਨ, ਅੱਧਖੜ, ਬੁੱਢੇ ਬੁੱਢੀਆਂ ਸਭ ਮਾਰਤੇ ਜਾਂ ਸਾੜਤੇ। ਇਹ ਮਰਜਾਣੀ ਨੂਰਾ ਭੱਜ ਕੇ ਰੂਪੇ ਦੇ ਘਰ ਜਾ ਵੜੀ। ਬੀਜੀ ਨੇ ਪਾਣੀ ਦਾ ਘੁੱਟ ਪੀਤਾ, ਸਾਹ ਲਿਆ ਤੇ ਫਿਰ ਕਹਾਣੀ ਜਾਰੀ ਰੱਖੀ। ਰੂਪੇ ਦੀ ਮਾਂ ਨੇ ਉਸ ਨੂੰ ਆਪਣੇ ਘਰ ਅੰਦਰ ਲੁਕੋ ਲਿਆ। ਰੂਪਾ ਦਿਹਾੜੀ ਕਰਨ ਗਿਆ ਹੋਇਆ ਸੀ। ਨੂਰਾ ਦਾ ਪੇਕਾ ਸਹੁਰਾ ਪਰਿਵਾਰ ਇੱਕੋ ਹੀ ਸੀ। ਇਹ ਤਾਏ ਦੇ ਮੁੰਡੇ ਨਾਲ ਵਿਆਹੀ ਸੀ। ਫਸਾਦੀਆਂ ਨੇ ਸਾਰੇ ਮਾਰਤੇ। ਨਰਕ ਪੈਣਿਆਂ ਨੇ ਇੱਕ ਵੀ ਨਾ ਛੱਡਿਆ। ਨੂਰਾ ਦਾ ਖਵੰਦ ਵਾਂਢੇ ਗਿਆ ਹੋਇਆ ਸੀ। ਦੂਜੇ ਇਸ ਦੇ ਪੇਟ ਵਿੱਚ ਪਹਿਲੇ ਹਮਲ ਦੀ ਹਲਚਲ, ਮਮਤਾ ਵਿੱਚ ਮੋਈ, ਦੂਜੀ ਗੱਲ ਖਾਵੰਦ ਦੇ ਬਚਨ ਦੀ ਆਸ। ਰੂਪੇ ਨੇ ਆ ਕੇ ਆਪਣੀ ਮਾਂ ਨੂੰ ਦੱਸਿਆ ਕਿ ਨੂਰਾ ਦਾ ਖਾਵੰਦ ਵੀ ਰਾਹ ਵਿੱਚ ਫਸਾਦੀਆਂ ਨੇ ਵੱਢਤਾ। ਨੂਰਾ ਨੂੰ ਪਤਾ ਲੱਗਾ ਤਾਂ ਇਹ ਵੀ ਜਾਨ ਦੇਣ ਲੱਗੀ। ਪੰਡਤਾਂ ਦੇ ਵਿਹੜੇ ਵਿੱਚ ਲੱਗੇ ਪਿੱਪਲ ਦੇ ਟਾਹਣੇ ਨਾਲ ਦੁਪੱਟਾ ਬੰਨ੍ਹ ਕੇ ਫਾਹਾ ਲੈਣ ਲੱਗੀ ਤਾਂ ਉੱਪਰੋਂ ਰੂਪਾ ਆ ਗਿਆ। ਰੂਪੇ ਦੀ ਮਾਂ ਪਹਿਲਾਂ ਹੀ ਹਾਲ ਦੁਹਾਈ ਪਾ ਰਹੀ ਸੀ। ਦੋਹੇ ਮਾਂ ਪੁੱਤਰ ਨੇ ਬਚਾਇਆ। ਰੂਪੇ ਦੀ ਮਾਂ ਆਖੇ ਪੰਡਤਾਂ ਦੇ ਘਰੇ ਬ੍ਰਹਮਾ ਦੇਵਤੇ ਪਿੱਪਲ ਦੇ ਨਾਲ ਫਾਹੇ ਲੱਗ ਸਾਨੂੰ ਨਰਕਾਂ ਦਾ ਭਾਗੀ ਕਿਉਂ ਬਣਾਉਣ ਲੱਗੀ ਏ ਕਰਮਜਲੀ। ਰੂਪਾ ਕਹਿਣ ਲੱਗਾ ਮੈਂ ਤੇਰੇ ਪਾਕਿਸਤਾਨ ਜਾਣ ਦਾ ਇੰਤਜ਼ਾਮ ਕਰ ਦੇਨਾ। ਨੂਰਾ ਆਖੇ ਉੱਥੇ ਮੇਰਾ ਕੌਣ ਏ? ਨਾ ਭੈਣ, ਨਾ ਭਾਈ, ਨਾ ਸੱਸ, ਨਾ ਮਾਂ, ਨਾ ਮਾਸੀ, ਨਾ ਚਾਚਾ, ਨਾ ਚਾਚੀ। ਮੈਨੂੰ ਮਰ ਲੈਣ ਦਿਓ। ਰੂਪੇ ਦੀ ਮਾਂ ਨੇ ਕਿਹਾ ਨੂਰਾ ਤੂੰ ਆਪਣੇ ਲਈ ਨਾ ਸਹੀ ਉਸ ਜੀ ਦਾ ਖਿਆਲ ਕਰ ਜੋ ਤੇਰੇ ਢਿੱਡ ਅੰਦਰ ਪਲ ਰਿਹਾ, ਤੇ ਤੂੰ ਆਪਣੇ ਨਾਲ ਕੁਝ ਕਰ ਲਿਆ ਤਾਂ ਯਾਦ ਰੱਖ ਦੋਜ਼ਖ ਦੀ ਅੱਗ ਵਿੱਚ ਸੜੇਂਗੀ। ਨੂਰਾ ਨੇ ਦਿਲ ਤੇ ਪੱਥਰ ਰੱਖ ਲਿਆ। 2 ਦਿਨ ਮਗਰੋਂ ਫਸਾਦੀ ਫਿਰ ਆ ਗਏ। ਹੁਣ ਉਹ 5-7 ਸਨ। ਕਹਿਣ ਲੱਗੇ ਅਸੀਂ ਮੁਸਲਮਾਨਣੀ ਨੂੰ ਲੈ ਕੇ ਜਾਣਾ ਹੈ। ਬਾਹਰ ਕੱਢੋ ਜਿਹੜੀ ਤੁਸੀਂ ਲੁਕੋ ਰੱਖੀ ਏ। ਰੂਪੇ ਦੀ ਮਾਂ ਹੱਥ ਜੋੜੇ ਲਿਲੜੀਆਂ ਕੱਢੇ, ਪਰ ਉਹ ਸਾਰੇ ਬਜਿੱਦ। ਇੰਨੇ ਨੂੰ ਰੂਪਾ ਵੀ ਆ ਗਿਆ। ਉਸ ਨੇ ਵੀ ਸਮਝਾਉਣ ਦੀ ਬੜੀ ਟਿੱਲ ਲਾਈ, ਪਰ ਨਾ ਸਮਝਣ, ਸਗੋਂ ਰੂਪੇ ਨੂੰ ਵੀ ਪੈ ਗਏ। ਤੇਰੀ ਭੈਣ ਲੱਗਦੀ ਕਿ ਜੋਰੂ। ਰੂਪਾ ਤਕੜੇ ਜੁੱਸੇ ਦਾ ਮਾਲਕ ਸੀ। ਅੰਦਰ ਗਿਆ ਤੇ ਛਵੀ ਕੱਢ ਲਿਆਇਆ ਤੇ ਵੰਗਾਰਿਆ। ਜਿਹੜਾ ਵੀ ਅੰਦਰ ਵੜਿਆ ਗਿੱਚੀ ਲਾ ਕੇ ਧਰ ਦੂੰ, ਆਂਦਰਾਂ ਕੱਢ ਕੇ ਕੁੱਤਿਆਂ ਨੂੰ ਪਾ ਦੂੰ, ਤੁਹਾਨੂੰ ਮਾਰ ਕੇ ਮਰੂ।
ਬੀਜੀ ਕੁਝ ਪਲਾਂ ਲਈ ਚੁੱਪ ਹੋ ਗਏ। ਮੈਂ ਵੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਰੋਹ ਵੀ ਸੀ ਤੇ ਦਾਰਸ਼ਨਿਕਤਾ ਵੀ। ਫਿਰ ਬੋਲੇ, ਫਸਾਦੀ ਜਾਂ ਧਾੜਵੀ ਉਦੋਂ ਤੱਕ ਆਪਣੀ ਦਹਿਸ਼ਤ ਜ਼ੁਲਮ ਜਾਰੀ ਰੱਖਦੇ ਹਨ ਜਦ ਤੱਕ ਉਹਨਾਂ ਨੂੰ ਵੰਗਾਰਨ ਵਾਲਾ ਕੋਈ ਨਹੀਂ ਮਿਲਦਾ। ਫਸਾਦੀ ਲਾਲਚੀ ਹੁੰਦੇ ਨੇ। ਲਾਲਚੀ ਇਨਸਾਨ ਹਮੇਸ਼ਾ ਕਮਜ਼ੋਰ ਅਤੇ ਡਰਪੋਕ ਹੁੰਦੇ ਨੇ। ਫਸਾਦੀਆਂ ਨੇ ਇੱਕ ਦੂਜੇ ਨਾਲ ਅੱਖਾਂ ਹੀ ਅੱਖਾਂ ਵਿੱਚ ਵਿਚਾਰ ਵਟਾਂਦਰਾ ਕੀਤਾ ਤੇ ਮੁੜ ਗਏ ਤੇ ਮੁੜਦੇ ਹੋਏ ਆਖਣ, ਚੰਗਾ ਬਾਹਮਣਾ, ਤੈਨੂੰ ਫਿਰ ਨਜਿੱਠਾਂਗੇ। ਫਿਰ ਕਿਨੇ ਆਉਣਾ ਸੀ। ਕੁਝ ਠੱਲ ਪੈ ਗਿਆ। ਪਿੰਡ ਦੇ ਕੁਝ ਦਲੇਰ ਤੇ ਭਲੇ ਲੋਕਾਂ ਨੇ ਰੂਪੇ ਦੀ ਪਿੱਠ ਠੋਕੀ। ਪਿੰਡ ਦੇ ਕੁਝ ਲੋਕ ਗੱਲਾਂ ਵੀ ਬਣਾਉਣ। ਆਖਰ ਰੂਪੇ ਨੇ ਤੰਗ ਆ ਕੇ ਫਿਰੋਜ਼ਪੁਰ ਜਾ ਕੇ ਨੂਰਾ ਨਾਲ ਵਿਆਹ ਕਰ ਲਿਆ ਤੇ ਐਲਾਨ ਕਰ ਦਿੱਤਾ, ਨੂਰਾ ਉਸਦੀ ਜਨਾਨੀ ਏ। ਕੋਈ ਇਹਦੇ ਵੱਲ ਅੱਖ ਚੁੱਕ ਕੇ ਵੇਖੇ ਤਾਂ ਸਹੀ। ਸਾਰੇ ਪਿੰਡ ਵਿੱਚ ਤੇ ਲਾਗੇ ਦੇ ਪਿੰਡਾਂ ਵਿੱਚ ਖਬਰ ਅੱਗ ਵਾਂਗ ਫੈਲ ਗਈ ਕਿ ਰੂਪੇ ਪੰਡਤ ਨੇ ਮੁਸਲਮਾਨਣੀ ਨਾਲ ਨਿਕਾਹ ਪੜ੍ਹਾ ਲਿਆ। ਰੂਪਾ ਇਸ ਖਬਰ ਦੀ ਤਾਂ ਤਾਈਦ ਕਰਦਾ ਤੇ ਨਾ ਹੀ ਵਿਰੋਧਤਾ। ਉਹ ਆਪਣੇ ਕੰਮ ਵਿੱਚ ਮਸਤ ਰਹਿੰਦਾ। 5 ਮਹੀਨੇ ਮਗਰੋਂ ਨੂਰਾ ਨੇ ਜੋੜੇ ਬੱਚਿਆਂ ਨੂੰ ਜਨਮ ਦਿੱਤਾ, ਇੱਕ ਮੁੰਡਾ ਤੇ ਇੱਕ ਕੁੜੀ। ਰੂਪੇ ਨੇ ਮੁੰਡੇ ਦਾ ਨਾਂ ਅਨਵਰ ਤੇ ਕੁੜੀ ਦਾ ਨਾਂ ਰਜ਼ੀਆ ਰਖਵਾਇਆ। ਬੀਜੀ ਨੇ ਪਾਣੀ ਦਾ ਘੁੱਟ ਮੁੜ ਪੀਤਾ ਤੇ ਕਹਿਣ ਲੱਗੀ ਕਿ ਨੂਰਾ ਨੇ ਅੱਜ ਦੱਸਿਆ ਕਿ ਉਹਨਾਂ ਵਿਆਹ ਵੇਦੀ ਤੇ ਹੀ ਕਰਵਾਇਆ ਸੀ ਤੇ ਰੂਪਾ 1 ਸਾਲ ਉਹਦੇ ਨੇੜੇ ਨਾ ਢੁੱਕਾ ਜਦ ਤਾਈਂ ਜਵਾਕ 4 ਮਹੀਨਿਆਂ ਦੇ ਨਾ ਹੋ ਗਏ। ਰੂਪਾ ਅਨਵਰ ਤੇ ਰਜ਼ੀਆ ਨੂੰ ਲੈ ਕੇ ਜਵਾਕਾਂ ਵਾਂਗ ਲਾਡ ਲਡਾਉਂਦਾ। ਉਸ ਨੇ ਨੂਰਾ ਨੂੰ ਰੋਜ਼ੇ ਰੱਖਣ ਦੀ ਤੇ ਨਮਾਜ਼ ਪੜ੍ਹਨ ਦੀ ਵੀ ਛੂਟ ਦਿੱਤੀ ਹੋਈ ਸੀ। ਬੱਚਿਆਂ ਦੇ ਨਾਂ ਉਸ ਨੇ ਉਹਨਾਂ ਦੇ ਵਾਲਿਦ ਦੇ ਨਾਂ ਤੇ ਸਕੂਲ ਵਿੱਚ ਲਿਖਵਾਏ। ਉਹ ਆਪ ਕਿਸੇ ਮੰਦਰ ਜਾਂ ਗੁਰਦੁਆਰੇ ਘੱਟ ਹੀ ਜਾਂਦਾ। ਉਸ ਦੀ ਦਿਹਾੜੀ ਤੇ ਮਿਹਨਤ ਮਸ਼ੱਕਤ ਉਸ ਦਾ ਇਸ਼ਟ ਬਣਿਆ ਹੋਇਆ ਸੀ। ਬੁਰਕੀ ਮੂੰਹ ਵਿੱਚ ਪਾਉਣ ਤੋਂ ਪਹਿਲਾਂ ਬਸ ਹਰੀਓਮ ਆਖ ਅੰਨਦਾਤੇ ਦੇ ਸਾਹਮਣੇ ਸਿਰ ਝੁਕਾਉਂਦਾ। ਨਹਾਉਣ ਵੇਲੇ ਕਹਿੰਦਾ, ਜਲ ਮਿਲਿਆ, ਪਰਮੇਸ਼ਵਰ ਮਿਲਿਆ। ਬਿਮਾਰੀ ਤੇ ਔਖ ਵੇਲੇ ਵਾਹਿਗੁਰੂ ਵਾਹਿਗੁਰੂ ਵੀ ਕਹਿੰਦਾ ਤੇ ਹਰੀਓਮ ਵੀ। ਬੀਜੀ ਸੁਣਾਉਂਦੇ ਰਹੇ ਤੇ ਲਾਗੇ ਰਸੋਈ 'ਚੋਂ ਮੈਂ 2 ਕੱਪ ਚਾਹ ਬਣਾ ਲਿਆਇਆ ਸਾਂ। ਬੀਜੀ ਨੇ ਚਾਹ ਦਾ ਕੱਪ ਫੜ ਕਹਾਣੀ ਜਾਰੀ ਰੱਖੀ। ਰੂਪਾ ਤੇ ਨੂਰਾ ਨੂੰ ਕਦੇ ਕੋਈ ਅਖਵਾਈ ਨਾ ਹੋਈ। ਰੂਪੇ ਨੇ ਕਦੇ ਵੀ ਉਸ ਨੂੰ ਜਾਂ ਉਸ ਦੇ ਬੱਚਿਆਂ ਨੂੰ ਮਿਹਣਾ ਨਹੀਂ ਸੀ ਮਾਰਿਆ ਤੇ ਨਾ ਹੀ ਰੂਪੇ ਦੀ ਮਾਂ ਨੇ। 3 ਸਾਲ ਦੇ ਜਦੋਂ ਅਨਵਰ ਤੇ ਰਜ਼ੀਆ ਹੋ ਗਏ ਤਾਂ ਨੂਰਾ ਨੇ ਇੱਕ ਕਰਕੇ 2 ਹੋਰ ਜਵਾਕਾਂ ਨੂੰ ਜਨਮ ਦਿੱਤਾ। ਰੂਪੇ ਦੀ ਮਾਂ ਨੇ ਉਹਨਾਂ ਦੇ ਨਾਂ ਸਵਿਤਰੀ ਤੇ ਲਛਮਣ ਰੱਖੇ। ਰੂਪੇ ਦੀ ਮਾਂ ਧੰਨ ਹੋ ਗਈ, ਪਰ ਸਵਿਤਰੀ ਤੇ ਲਛਮਣ ਜਦੋਂ 4-5 ਸਾਲ ਦੇ ਹੋਏ ਤਾਂ ਇੱਕ ਰਾਤ ਬਿਸਤਰ ਵਿੱਚ ਪਈ ਜਾਗੀ ਹੀ ਨਾ। ਸੰਤਾਂ ਦੀ ਮੌਤ ਸੁਰਗਾਂ ਨੂੰ ਗਈ ਹੋਊ। ਚਾਹ ਦੀ ਘੁੱਟ ਭਰਦੇ ਬੀਜੀ ਦੱਸਣ ਲੱਗੇ, ਰੂਪੇ ਤੇ ਨੂਰਾ ਨੂੰ ਮੁਸ਼ਕਿਲ ਉਦੋਂ ਪੇਸ਼ ਹੋਈ ਜਦੋਂ ਜਵਾਕ ਵੱਡੇ ਹੋ ਗਏ, ਵਿਆਹੁਣ ਜੋਗੇ ਹੋ ਗਏ। ਰੂਪੇ ਨੇ ਬੜੀ ਨੱਠ ਭੱਜ ਕਰ ਅਨਵਰ ਤੇ ਰਜ਼ੀਆ ਦੇ ਨਿਕਾਹ ਮਲੇਰਕੋਟਲੇ ਮੁਸਲਮਾਨ ਪਰਿਵਾਰਾਂ ਵਿੱਚ ਕਰਵਾਏ। ਅਨਵਰ ਦੀ ਪਤਨੀ ਮਾਂ ਪਿਓ ਦੀ ਇੱਕੋ ਇੱਕ ਧੀ ਸੀ, ਇਸ ਲਈ ਅਨਵਰ ਸਹੁਰਿਆਂ ਜੋਗਾ ਹੋ ਕੇ ਰਹਿ ਗਿਆ। ਰਜ਼ੀਆ ਆਪਣੇ ਘਰ ਖੁਸ਼ ਵੇਖ ਰੂਪਾ ਬਹੁਤ ਖੁਸ਼ ਹੁੰਦਾ। ਨੂਰਾ ਤਾਂ ਅੱਲਾ ਦਾ ਸ਼ੁਕਰ ਕਰਦੇ ਨਾ ਥੱਕਦੀ। ਦੋਹਾਂ ਦੇ ਵਿਆਹ ਕਰਨ ਮਗਰੋਂ ਕੁਝ ਚਿਰ ਠੀਕ ਠਾਕ ਚੱਲਿਆ। 2 ਸਾਲ ਮਗਰੋਂ ਹੈਜੇ ਨੇ ਰੂਪੇ ਨੂੰ ਨਿਗਲ ਲਿਆ। ਨੂਰਾ ਕੋਲ ਰਹਿ ਗਏ ਲਛਮਣ ਤੇ ਸਵਿਤਰੀ। ਲਛਮਣ ਵੀ ਪਿਓ ਵਾਂਗ ਚੰਗਾ ਰਾਜ ਮਿਸਤਰੀ ਬਣ ਨਿਕਲਿਆ। ਪੰਡਤ ਹੁੰਦਿਆਂ ਹੋਇਆਂ ਕੋਈ ਵੀ ਇਹਨਾਂ ਨੂੰ ਪੰਡਤ ਨਾ ਸਮਝਦਾ। ਨੂਰਾ ਦੀ ਇਹ ਗੱਲ ਕੋਈ ਵੀ ਪੰਡਤ ਜਾਂ ਹਿੰਦੂ ਪਰਿਵਾਰ ਸੁਣਨ ਲਈ ਤਿਆਰ ਨਹੀਂ ਸੀ। ਨੂਰਾ ਚਾਹੁੰਦੀ ਸੀ ਲਛਮਣ ਤੇ ਸਵਿਤਰੀ ਦੇ ਵਿਆਹ ਪੰਡਤਾਂ ਦੇ ਘਰ ਹੋਣ, ਘੱਟੋ ਘੱਟ ਹਿੰਦੂਆਂ ਦੇ ਘਰ ਤਾਂ ਹੋਣ। ਰੂਪੇ ਨੇ ਅਨਵਰ ਤੇ ਰਜ਼ੀਆ ਦੇ ਵਿਆਹ ਮੁਸਲਮਾਨਾਂ ਦੇ ਘਰ ਕਰਕੇ ਆਪਣੇ ਸਿਰ ਤੋਂ ਕਰਜ਼ ਜਿਹਾ ਲਾਇਆ ਸੀ ਤੇ ਹੁਣ ਨੂਰਾ ਲਛਮਣ ਤੇ ਸਵਿਤਰੀ ਨੂੰ ਪੰਡਤਾਂ ਦੇ ਘਰ ਵਿਆਹ ਕੇ ਆਪਣੇ ਮਨ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ, ਪਰ ਕੋਈ ਵੀ ਪੰਡਤ ਪਰਿਵਾਰ ਤਿਆਰ ਨਾ ਹੋਇਆ। ਉਸ ਨੂੰ ਮੁਸਲਮਾਨਣੀ ਆਖ
ਤਿਰਸਕਾਰ ਦਿੰਦੇ। ਆਖਰ ਲਛਮਣ ਦਾ ਇੱਕ ਮਿਸਤਰੀ ਦੋਸਤ ਸੀ, ਦਹਾਜੂ, ਜਿਸ ਦੀ ਪਤਨੀ 2 ਨਿਆਣਿਆਂ ਨੂੰ ਛੱਡ ਕੇ ਗੁਜ਼ਰ ਗਈ ਸੀ। ਸਵਿਤਰੀ ਉਸ ਨਾਲ ਵਿਆਹ ਕੇ ਨੂਰਾਂ ਨੇ ਕੁਝ ਸੁੱਖ ਦਾ ਸਾਹ ਲਿਆ, ਪਰ ਲਛਮਣ ਦਾ ਸਾਕ ਨਾ ਹੋਣ ਦਾ ਝੋਰਾ ਨੂਰਾਂ ਨੂੰ ਹੁਣ ਵੀ ਵੱਢ-ਵੱਢ ਖਾਈ ਜਾ ਰਿਹਾ। ਹੁਣ ਲੱਛੂ 40-41 ਸਾਲ ਦਾ ਹੋ ਗਿਆ ਤੇ ਦੂਜਾ ਅਪਾਹਜ। ਕਹਿ ਰਹੀ ਸੀ, ਹੁਣ ਕਿਹੜਾ ਕਰੂ ਲਛਮਣ ਦਾ ਸਾਕ। ਬੀਜੀ ਇਹ ਕਹਾਣੀ ਸੁਣਾ ਕੇ ਹਲਕੇ-ਹਲਕੇ ਮਹਿਸੂਸ ਕਰ ਰਹੇ ਸਨ, ਪਰ ਇਹ ਕਹਾਣੀ ਸੁਣ ਕੇ ਮੇਰਾ ਸਿਰ ਮੇਰਾ ਅੰਦਰਲਾ ਰੂਪੇ ਤੇ ਨੂਰਾਂ ਨੂੰ ਪ੍ਰਣਾਮ ਕਰ ਰਿਹਾ ਸੀ, ਸਿਜਦਾ ਕਰ ਰਿਹਾ ਸੀ, ਤੇ ਮੈਂ ਬੀਜੀ ਨਾਲ ਆਪਣੇ ਮਨ ਹੀ ਮਨ ਵਿੱਚ ਲਏ ਫੈਸਲੇ ਨੂੰ ਸਾਂਝਾ ਕਰਨਾ ਅਜੇ ਠੀਕ ਨਹੀਂ ਸਮਝਿਆ। ਮੈਂ ਆਪਣੇ ਆਪ ਵਿੱਚ ਫੈਸਲਾ ਕੀਤਾ ਕਿ ਨੂਰਾਂ ਨੂੰ ਮਨ 'ਤੇ ਇਹ ਬੋਝ ਲੈ ਕੇ ਇਸ ਦੁਨੀਆ ਤੋਂ ਰੁਖਸਤ ਨਹੀਂ ਹੋਣ ਦਿਆਂਗਾ।